अस्सलाम वालेकुम नाज़रीन, कमर अब्बास मंझ तुहाडी खिदमत 'च हाज़िर आ पंजाबी प्रोग्राम लैके पंजाबी ब्लॉग दे नाल। जिस तरह कि तुहानूं पता है कि असीं इस प्रोग्राम दे विच मुख्तलिफ जिहड़े माशरे दे पहलू आ उहनां ते गल करी दी आ और पंजाबी 'च गल करी दी आ। ते मेरे पंजाबी वेखण वाले भरा जिहड़े आ वो इस प्रोग्राम नूं सराहंदे भी बड़ा वा ते सानूं माशाअल्लाह अपनी जिहड़ी फीडबैक है उह 'च दसदे भी है कि साडा प्रोग्राम कैसा है। ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਮੈਂ ਗਵਰਨਮੈਂਟ ਦੇ ਜਿਹੜੇ ਫੈਸਲੇ ਆ ਉਹਨਾਂ ਦੇ ਉੱਤੇ ਕੋਈ ਗੱਲ ਕਰਨਾ ਚਾਹ ਰਿਹਾ ਕਿ ਜਿਹੜੀ ਕਹਿ ਸਕਦੇ ਹੋ ਕਿ ਹਰ ਚੀਜ਼ ਦਾ ਇੱਕ ਨੋਟੀਫਿਕੇਸ਼ਨ ਆ ਰਿਹਾ ਕਿ ਚੀਜ਼ ਘਟ ਗਈ ਆ, ਉਹਦਾ ਰੇਟ ਘਟ ਗਿਆ ਤੇ ਉਹਦੇ ਤੇ ਕਿੰਨਾ ਕੁ ਅਮਲ ਦਰਾਮਦ ਹੋਣ ਡਿਆ ਵਾ ਉਹ ਅਸੀਂ ਵੇਖਦੇ ਆ ਰੋਜ਼ਮਰਾ, ਕਿਉਂਕਿ ਰੋਜ਼ਮਰਾ ਸਾਨੂੰ ਹਰ ਚੀਜ਼ ਦੀ ਜ਼ਰੂਰਤ ਪੈਂਦੀ ਹੈ, ਦੁਕਾਨਦਾਰਾਂ ਨਾਲ ਸਾਡਾ ਬਾਹਰ ਰਹਿੰਦਾ ਤੇ ਉਹਦੇ ਵਿੱਚ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਦੇਖ ਰਹੇ ਹਾਂ ਜਿਹਦੇ ਵਿੱਚ ਕਹਿ ਸਕਦੇ ਹਾਂ ਕਿ ਘੇ, ਦਾਲਾਂ, ਚੀਨੀ, ਇਸੇ ਤਰ੍ਹਾਂ ਗੋਸ਼ਤ ਆਪਣਾ ਵੱਡਾ ਛੋਟਾ ਤੇ ਨਾਲ ਜਨਾਬ ਚਿਕਨ ਦਾ ਗੋਸ਼ਤ ਜਿਹੜਾ ਤੇ ਉਹਦੇ 'ਚ ਵੀ ਬੜੇ ਮਾਮਲਾਤ ਅਸੀਂ ਵੇਖਣ ਨੂੰ ਆਉਣ ਡਿਆ ਕਿ ਜਿਹੜਾ ਗੌਰਮੈਂਟ ਦਾ ਰੇਟ ਆਉਣ ਡਿਆ ਵਾ ਉਸ ਰੇਟ ਤੋਂ ਅਬਵ ਰੇਟ ਤੇ ਜਿਹੜੇ ਇਹਨਾਂ ਦੁਕਾਨਦਾਰ ਉਹ ਵੇਚ ਰਹੇ ਆ। ਮਕਸਦ ਇਹ ਆ ਕਿ ਪੈਸੇ ਉਹਨਾਂ ਨੂੰ ਗੌਰਮੈਂਟ ਤੇ ਜਿਹੜਾ ਰੇਟ ਦੇ ਰਹੀ ਆ ਕਿ ਉਹਦੇ ਤੋਂ ਵੀ ਬਚਦੇ ਆ, ਲੇਕਿਨ ਉਹ ਮਤਲਬ ਉਹਨਾਂ ਦੀ ਭੀੜ ਚਾਲ ਆ ਕਿ ਹਮੇਸ਼ਾ ਹੁੰਦਾ ਇਸ ਤਰ੍ਹਾਂ ਕਿ ਜਦੋਂ ਡਾਲਰ ਦਾ ਰੇਟ ਘਟਦਾ ਤੇ ਉਹਦੇ ਨਾਲ ਚੀਜ਼ਾਂ ਦਾ ਰੇਟ ਵੀ ਘਟਣਾ ਚਾਹੀਦਾ। ਇਸੇ ਤਰ੍ਹਾਂ ਮੈਦੇ ਦੀ ਬੋਰੀ ਦਾ ਰੇਟ ਘਟਿਆ ਤੇ ਉਹਦਾ ਵੀ ਮਤਲਬ ਹੋਣਾ ਚਾਹੀਦਾ ਸੀ, ਗੰਦਮ ਘਟੀ ਉਹਦਾ ਵੀ ਅਸਰ ਪੈਣਾ ਚਾਹੀਦਾ ਸੀ, ਫਿਰ ਤੇ ਹਰ ਚੀਜ਼ ਸਸਤੀ ਹੋ ਜਾਣੀ ਚਾਹੀਦੀ ਸੀ। ਲੇਕਿਨ ਜਨਾਬ ਉਹ ਸਾਡੇ ਦੁਕਾਨਦਾਰ ਜਿਹੜੇ ਹਜ਼ਰਾਤ ਆ ਉਹਨਾਂ ਦੀਆਂ ਆਪਣੀਆਂ ਮਰਜ਼ੀਆਂ, ਉਹਨਾਂ ਦੀਆਂ ਆਪਣੀਆਂ ਰੇਟ ਲਿਸਟਾਂ, ਉਹਨਾਂ ਦੇ ਆਪਣੇ ਕੰਡੇ ਆ ਜਿੱਤੇ ਉਹ ਵਜ਼ਨ ਕਰਦੇ ਆ। ਤੋ ਵਜ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਘੱਟ ਕੁਆਂਟੀਟੀ ਆ ਉਹਨਾਂ ਦੀ, ਬਹੁਤ ਘੱਟ ਚੀਜ਼ ਆ ਜਿਹੜੀ ਉਹ ਕਹਿ ਲਓ ਕਿ ਸਾਰਫ ਨੂੰ ਦਿੰਦੇ ਆ ਤੇ ਬਹੁਤ ਸਾਰੀਆਂ ਮਤਲਬ ਇਹ ਨੈਗਲਸੀਆਂ ਜਿਹੜੀਆਂ ਨਜ਼ਰ ਆ ਰਹੀਆਂ ਉਹਦੇ 'ਚ ਕਹਿ ਲਓ ਕਿ ਅਗਰ ਲੋਕਲ ਗੌਰਮੈਂਟ ਦੀ ਗੱਲ ਕੀਤੀ ਜਾਵੇ ਜਿਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਐਸੇ ਕਸਬੇ ਆ ਜਿਨ੍ਹਾਂ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਦਾ ਮਤਲਬ ਕੋਈ ਚੈੱਕ ਐਂਡ ਬੈਲੈਂਸ ਹੀ ਨਹੀਂ ਹੈਗਾ, ਨਾ ਉਹਨੂੰ ਕੋਈ ਦੇਖਦਾ ਨਾ ਕੋਈ ਉਹਨੂੰ ਚੈੱਕ ਕਰਦਾ ਤੇ ਜਿਹਦੀ ਵਜ੍ਹਾ ਤੋਂ ਮੈਂ ਸਮਝਦਾ ਕਿ ਜਿਹੜਾ ਆਵਾਮ ਦਾ ਗਲਾ ਆ ਨਾ ਜੀ ਉਹ ਦਿਨ ਬ ਦਿਨ ਘੁੱਟਦਾ ਹੀ ਜਾਣ ਡਿਆ ਤੇ ਸਾਹ ਉਹਨਾਂ ਦਾ ਬੰਦ ਹੋ ਰਿਹਾ ਤੇ ਜਿਹੜੀ ਗੌਰਮੈਂਟ ਆ ਉਹਨੂੰ ਚਾਹੀਦਾ ਕਿ ਜਦੋਂ ਨੋਟੀਫਿਕੇਸ਼ਨ ਕਰੇ, ਨੋਟੀਫਿਕੇਸ਼ਨ ਕਰਨ ਤੋਂ ਬਾਅਦ ਜਿਹੜੀ ਲੋਕਲ ਗੌਰਮੈਂਟ ਦੇ ਨੁਮਾਇੰਦੇ ਆ ਜਿਹੜੇ ਆਲਾ ਹੁਕਾਮ ਆ ਜਿਹੜੇ ਆਪਣੀਆਂ ਸੀਟਾਂ ਦੇ ਡੀਸੀ ਸਾਹਿਬਾਨ ਆ ਜਾਂ ਅਸਿਸਟੈਂਟ ਕਮਿਸ਼ਨਰਸ ਆ ਉਹਨਾਂ ਨੂੰ ਚਾਹੀਦਾ ਸੀਗਾ ਕਿ ਉਹ ਮਤਲਬ ਉਹਨੂੰ ਚੈੱਕ ਐਂਡ ਬੈਲੈਂਸ ਕਰਨ, ਪ੍ਰਾਈਸ ਕੰਟਰੋਲ ਮੈਜਿਸਟਰੇਟ ਜਿਹੜੇ ਆ ਉਹ ਵਰਕ ਕਰਦੇ। ਲੇਕਿਨ ਅਫਸੋਸ ਕਿ ਸ਼ਹਿਰ ਦੇ ਵਿੱਚ ਤੇ ਬਹੁਤ ਸਾਰੇ ਮਾਮਲਾਤ ਨੂੰ ਵੇਖਿਆ ਜਾਂਦਾ ਲੇਕਿਨ ਦਿਹਾਤਾਂ ਦੇ ਵਿੱਚ ਉਹਨਾਂ ਨੂੰ ਨਹੀਂ ਵੇਖਿਆ ਜਾਂਦਾ ਔਰ ਦੁਕਾਨਦਾਰ ਆਪਣੀ ਮਰਜ਼ੀ ਨਾਲ ਕਿਸੇ ਪਿੰਡ ਦੇ ਵਿੱਚ ਤੁਸੀਂ ਵੜ ਜਾਓ ਤੇ ਉਹਦਾ ਚੀਨੀ ਦਾ ਰੇਟ ਵੀ ਬਹੁਤ ਜ਼ਿਆਦਾ, ਉਹਦੇ ਕੋਲ ਤੁਸੀਂ ਇੱਕ ਬੋਤਲ ਲੈਣ ਚਲ ਜਾਓ ਤੇ ਬੋਤਲ ਦਾ ਜਿਹੜਾ ਰੇਟ ਕੰਪਨੀ ਦਾ ਉਹਦੇ ਨਾਲੋਂ ਬਹੁਤ ਅਬਵ ਰੇਟ ਆ ਤੇ ਇੱਕ ਇਹ ਚੀਜ਼। ਦੂਸਰੀ ਗੱਲ ਇੱਕ ਹੋਰ ਚੀਜ਼ ਆ ਕਿ ਜਿਹੜੀ ਸਾਡੀ ਲੋਕਲ ਗੌਰਮੈਂਟ ਨੂੰ ਚਾਹੀਦਾ ਕਿ ਫੈਸਲਾਬਾਦ ਡੀਸੀ ਸਾਹਿਬ ਬੈਠੇ ਆ, ਡੀਸੀ ਸਾਹਿਬ ਨੂੰ ਇਹ ਚਾਹੀਦਾ ਕਿ ਅਸਿਸਟੈਂਟ ਕਮਿਸ਼ਨਰ ਨੂੰ ਜਿਹੜਾ ਨਾ ਉਹ ਆਲਾ ਹੁਕਾਮ ਜਿਹੜੇ ਆ ਮਾਸ਼ਾਅੱਲਾ ਜਿਹੜੇ ਅਸਿਸਟੈਂਟ ਕਮਿਸ਼ਨਰਸ ਆ ਉਹਨਾਂ ਨੂੰ ਬੜੀਆਂ ਮਹਿੰਗੀਆਂ ਗੱਡੀਆਂ ਵੀ ਦਿੱਤੀਆਂ ਗਈਆਂ ਤੇ ਉਹਨਾਂ ਗੱਡੀਆਂ ਦਾ ਹੱਕ ਵੀ ਅਦਾ ਕਰਨ ਕਿ ਉਹ ਜਾ ਕੇ ਦੇਖ ਲੈਣ ਉਹਨਾਂ ਦੇਹਾਤਾਂ ਦੇ ਵਿੱਚ ਵੀ ਕਿ ਜ਼ਿਮੀਦਾਰ ਬੰਦਾ ਚਲੋ ਉਹਦੀ ਕਣਕ ਦਾ ਰੇਟ ਤੇ ਤੁਸੀਂ ਘਟਾ ਦਿੱਤਾ ਤੇ ਉਹ ਅੱਗੇ ਮਰਨ ਨੂੰ ਕੋਈ ਜਗ੍ਹਾ ਲੱਭਣ ਡਿਆ ਤੇ ਲੇਕਿਨ ਉਹਨੂੰ ਅਗਰ ਉਹਦੇ ਮੁਤਾਬਕ ਕੋਈ ਚੀਜ਼ ਫਿਰ ਸਸਤੀ ਨਹੀਂ ਲੱਭਣੀ ਤੇ ਉਹਦੀ ਕਣਕ ਦਾ ਰੇਟ ਘੱਟ ਕਰਨ ਦਾ ਕੀ ਫਾਇਦਾ ਹੋਇਆ ਕਿ ਯਾਨੀ ਕਿ ਉਹਦੀ ਅਗਰ 2700 ਰੁਪਈਆ 2500 ਰੁਪਈਆ 2400 ਡੇਲੀ ਦਾ ਰੇਟ ਚੇਂਜ ਹੁੰਦਾ ਹੈ ਗੰਦਮ ਦਾ ਤੇ ਉਹਦੇ ਵਿੱਚ ਉਹਦੀ ਚੀਜ਼ ਘਰ ਦੀ ਵੀ ਪੂਰੀ ਨਾ ਹੋਵੇ ਤੇ ਫਿਰ ਉਹਨੂੰ ਉਸ ਗੰਦਮ ਦਾ ਕੀ ਫਾਇਦਾ। ਤੇ ਦੂਸਰੀ ਗੱਲ ਆ ਗਈ ਕਿ ਜਿਹੜੀਆਂ ਦੁਕਾਨਾਂ ਹੈਗੀਆਂ ਉਹਨਾਂ ਦੇ ਉੱਤੇ ਜਾ ਕੇ ਚੈੱਕ ਕੀਤਾ ਜਾਵੇ ਕਿ ਆਇਆ ਕਿ ਖਾਸ ਕਰ ਦਿਹਾਤਾਂ ਦਾ ਮੈਂ ਜ਼ੋਰ ਇਸ ਲਈ ਦੇਣ ਡਿਆ ਕਿਉਂਕਿ ਸਾਡੇ ਸਾਰੇ ਪੰਜਾਬੀ ਭਰਾ ਸਾਡੇ ਪੰਜਾਬ ਦੇ ਵਿੱਚ ਕਿ ਉਹਨਾਂ ਤੇ ਵੇਖਣਾ ਚਾਹੀਦਾ ਕਿ ਉਹ ਕਿਹੜੀ ਚੀਜ਼ ਇੱਕ ਨੰਬਰ ਆ। ਮਤਲਬ ਕੰਪਨੀ ਦੀ ਪਾਇਰੇਸੀ ਆ, ਕੰਪਨੀ ਦੀਆਂ ਕਾਪੀਆਂ ਵਾ, ਮਤਲਬ ਉੱਥੇ ਤੁਸੀਂ ਸਾਬਣ ਲੈਣ ਚਲ ਜਾਓ, ਲਕਸ ਸਾਬਣ ਇੱਕ ਬੜਾ ਸਾਬਣ ਆ ਲੇਕਿਨ ਉਹ ਮੈਂ ਮਤਲਬ ਇੱਥੇ ਯੂਜ਼ ਕਰਦਾ ਤੇ ਉਹ ਮਤਲਬ ਸਾਡੇ ਜਿਹੜੇ ਮਾਰਟਸ ਹੈਗੇ ਆ ਜਾਂ ਸ਼ਾਪਿੰਗ ਮਾਲ ਹੈਗੇ ਆ ਜਾਂ ਸਾਰੀਆਂ ਚੀਜ਼ਾਂ ਉੱਥੇ ਤੇ ਇੰਪੋਰਟਡ ਚੀਜ਼ਾਂ ਚਲੋ ਆ ਗਈਆਂ ਤੇ ਜਿਹੜੇ ਦਿਹਾਤਾਂ ਦੇ ਵਿਚਾਰੇ ਲੋਕ ਆ ਸਾਡੇ ਵਰਗੇ ਮਾਤੜ ਲੋਕ ਆ ਉਹਨਾਂ ਦੇ ਜਨਾਬ ਉਹ ਸਾਬਣ ਤੁਸੀਂ ਲੈ ਜਾਓ ਖੁਰਦਾ ਹੀ ਨਹੀਂ ਹੈਗਾ ਸਿਰ 'ਚ, ਉਹ ਸਿਰ 'ਚ ਜਿਹੜੇ ਵਾਲ ਚਾਰ ਹੈਗੇ ਸਰ ਉਹ ਲੱਥ ਜਾਣੇ। ਮਕਸਦ ਕੀ ਆ ਕਿ ਮਿਲਾਵਟ ਜਿਹੜੀ ਹੋਣ ਡਈ ਆ ਔਰ ਜਾਰ ਕਿੱਥੇ ਮਤਲਬ ਉਹ ਸਾਰਾ ਵਿਕਦਾ ਕਿੱਥੇ ਆ ਦਿਹਾਤਾਂ ਦੇ ਵਿੱਚ ਔਰ ਦਿਹਾਤਾਂ ਨੂੰ ਚੈੱਕ ਕਿਹਨੇ ਕਰਨਾ ਵਾ, ਪਟਵਾਰੀ ਸਾਹਿਬਾਨ ਬੈਠੇ ਆ, ਤਹਿਸੀਲਦਾਰ ਬੈਠੇ ਆ, ਫਿਰ ਅਸਿਸਟੈਂਟ ਕਮਿਸ਼ਨਰ ਸਾਹਿਬ ਬੈਠੇ ਆ ਕਿਉਂਕਿ ਆਪਣਾ ਕੰਟਰੋਲ ਪ੍ਰਾਈਸ ਮੈਜਿਸਟਰੇਟ ਬੈਠੇ ਆ, ਉਹ ਕਸਬਿਆਂ ਦੇ ਵਿੱਚ ਤੇ ਜਾ ਕੇ ਵੇਖਦੇ ਲੇਕਿਨ ਦਿਹਾਤਾਂ 'ਚ ਜਾ ਕੇ ਨਹੀਂ ਵੇਖਿਆ ਜਾਂਦਾ ਤੇ ਜਿਹੜੇ ਪਟਵਾਰੀ ਸਾਹਿਬਾਨ ਵਿਹਲੇ ਬੈਠੇ ਰਹਿੰਦੇ ਸਾਰਾ ਦਿਨ ਪੱਖੇ ਚਲਾ ਕੇ ਅੰਦਰ, ਗਰਮੀ ਉਹਨਾਂ ਨੂੰ ਬਹੁਤ ਲੱਗਦੀ ਆ, ਉਹਨਾਂ ਨੂੰ ਲਾਓ ਨਾ ਕਿਤੇ ਡਿਊਟੀ ਦੇ ਉੱਤੇ, ਉਹ ਲੱਗਣ ਕਿਤੇ ਡਿਊਟੀ ਤੋਂ ਚੈੱਕ ਕਰਨ ਜਾ ਕੇ ਉਹ ਜ਼ਮੀਨ ਜਾਇਦਾਦ ਦੇ ਸਾਰੇ ਕਿਸੇ ਉਹਨਾਂ ਨੇ ਨਿਬੇੜਨੇ ਆ। ਉਹਨਾਂ ਦੇ ਲੋਕਲ ਗੌਰਮੈਂਟ ਦੇ ਹੋਰ ਵੀ ਬੜੇ ਹਕੂਕ ਹੋਣੇ ਚਾਹੀਦੇ ਕਿਉਂਕਿ ਵਿਹਲੇ ਆ ਉਹ ਕਹਿੰਦੇ ਅੱਜ ਕੱਲ੍ਹ
ਖਰੀਦੋ ਫਰੋਖਤ ਨਹੀਂ ਹੋਣੀ ਤੇ ਵਿਹਲੇ ਚਲੋ ਉਹਨਾਂ ਨੂੰ ਇਸ ਕੰਮ ਲਈ ਇਸਤੇਮਾਲ ਕਰ ਲਓ। ਲਿਹਾਜ਼ਾ ਇਸ ਚੀਜ਼ ਨੂੰ ਚੈੱਕ ਐਂਡ ਬੈਲੈਂਸ ਕਰੋ ਕਿ ਆਵਾਮ ਕਿੱਥੇ ਖੜੀ ਆ, ਕਿ ਇੰਨਾ ਵਰਗ ਹੋਣ ਦੇ ਬਾਵਜੂਦ ਵੀ ਗੌਰਮੈਂਟ ਦੀ ਮੇਰੀ ਗੱਲ ਆ ਕਿ ਪੰਜਾਬ ਗੌਰਮੈਂਟ ਦੀ ਕਿ ਇੰਨਾ ਵਰਗ ਮਤਲਬ ਸਿਰਫ ਕਾਗਜ਼ੀ ਕਾਰਵਾਈ 'ਚ ਨਜ਼ਰ ਆਉਣ ਡਿਆ, ਪ੍ਰੈਕਟੀਕਲ ਦੇ ਵਿੱਚ ਉਹਦੇ 'ਚ ਕੋਈ ਚੀਜ਼ ਨਜ਼ਰ ਨਹੀਂ ਆ ਰਹੀ, ਕੋਈ ਬੰਦਾ ਉਹਦੇ ਤੇ ਕੰਨ ਨਹੀਂ ਧਰਨ ਡਿਆ ਜਾਂ ਉਹ ਤੁਹਾਡੀ ਕਿਸੇ ਗੱਲ ਨੂੰ ਮੰਨ ਕੇ ਰਾਜ਼ੀ ਨਹੀਂ ਹੈਗਾ। ਦੁਕਾਨਦਾਰ ਮਤਲਬ ਉਹ ਆਪਣੀ ਮਨਮਰਜ਼ੀ ਕਰਦੇ ਆ, ਉਹ ਜ਼ਮੀਨੀ ਖੁਦਾ ਬਣੇ ਜਾਂ ਉਹ ਚੀਜ਼ ਵੀ 2 ਨੰਬਰ ਦੇ ਰਿਹਾ ਤੇ ਉਹ ਰੇਟ ਵੀ ਤੁੰਨ ਕੇ ਲੈਣ ਡੇ। ਚਾਵਲ ਦਾ ਰੇਟ ਘਟਿਆ ਲੇਕਿਨ ਇੱਥੇ 350 ਰੁਪਏ ਸੇਲ ਹੋ ਰਿਹਾ, ਘੇ ਦਾ ਰੇਟ ਘਟਿਆ ਉਹ ਤਕਰੀਬਨ ਪੌਣੇ 500 ਰੁਪਏ ਇੱਥੇ ਸੇਲ ਹੋਣ ਡਿਆ। ਮਕਸਦ ਇਹਨਾਂ ਚੀਜ਼ਾਂ ਨੂੰ ਸਰ ਚੈੱਕ ਐਂਡ ਬੈਲੈਂਸ ਰੱਖਣਾ ਪਏਗਾ, ਫਿਰ ਜਾ ਕੇ ਆਵਾਮ ਨੂੰ ਕੋਈ ਰਿਲੀਫ ਮਿਲੂਗੀ। ਬਹੁਤ ਸਾਰੇ ਮਾਮਲਾਤ ਖਰਾਬ ਆ ਜਿਨ੍ਹਾਂ ਨੂੰ ਠੀਕ ਕਰਨ ਲਈ ਤੁਹਾਡੀ ਇੱਕ ਨਜ਼ਰ ਚਾਹੀਦੀ ਹੈ। ਮਤਲਬ ਮੈਂ ਫੈਸਲਾਬਾਦ ਡਿਪਟੀ ਕਮਿਸ਼ਨਰ ਸਾਹਿਬ ਨੂੰ ਇੱਕ ਸਰ ਇਸ ਪ੍ਰੋਗਰਾਮ ਦੇ ਤਵਸਤ ਨਾਲ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਰ ਥੋੜਾ ਜਿਹਾ ਇਹਨੂੰ ਵੀ ਚੈੱਕ ਐਂਡ ਬੈਲੈਂਸ ਦੇ ਵਿੱਚ ਲੈ ਜਾਓ, ਕਿਉਂਕਿ ਇੰਤਜ਼ਾਮੀਆਂ ਤੁਸੀਂ ਹੋ ਸ਼ਹਿਰ ਦੀ, ਫਿਰ ਉਸ ਤੋਂ ਬਾਅਦ ਤਹਿਸੀਲਾਂ ਦੇ ਵਿੱਚ ਵੀ ਤੁਹਾਡੇ ਮਤਲਬ ਜਿਹੜੇ ਨੁਮਾਇੰਦੇ ਬੈਠੇ ਆ, ਉਹਨਾਂ ਨੂੰ ਕਿਤੇ ਪਾਸੇ ਲਾਓ ਕਿ ਇਹ ਇੰਨੀ ਗਰਮੀ ਦੇ ਵਿੱਚ ਜਾ ਕੇ ਸਰ ਮਿਹਨਤ ਕਰਦੇ ਆ, ਤਨਖਾਹ ਲੈਂਦੇ ਆ, ਮਤਲਬ ਨੌਕਰੀ ਦੀ ਚੈੱਕ ਐਂਡ ਬੈਲੈਂਸ ਕਰੋਗੇ ਤੇ ਜਾ ਕੇ ਆਵਾਮ ਨੂੰ ਕੋਈ ਰਿਲੀਫ ਮਿਲੇਗਾ। ਲੇਕਿਨ ਅਫਸੋਸ ਕਿ ਸਾਡੇ ਪੰਜਾਬ ਦੇ ਵਿੱਚ ਇਸ ਚੀਜ਼ ਦਾ ਬੜਾ ਇੱਕ ਕਹਿ ਸਕਦੇ ਕਿ ਬਹੁਤ ਹੀ ਘਾਟਾ ਵਾ। ਉਸ ਘਾਟੇ ਦੇ ਵਿੱਚ ਘਾਟਾ ਪੰਜਾਬ ਦਾ ਇਹਨਾਂ ਚੀਜ਼ਾਂ ਦਾ ਘਾਟਾ ਹੋਣ ਦੇ ਨਾਲ ਨਾਲ ਲੋਕਾਂ ਨੂੰ ਵੀ ਘਾਟਾ ਪੈਣ ਡਿਆ। ਲਿਹਾਜ਼ਾ ਇਹਨਾਂ ਲੋਕਾਂ ਨੂੰ ਕੋਈ ਰਿਲੀਫ ਦੇਣ ਦੀ ਨਾ ਜਿਹੜੀ ਇੱਕ ਕਾਵਿਸ਼ ਆ ਪੰਜਾਬ ਗੌਰਮੈਂਟ ਦੀ, ਉਹਨੂੰ ਅਗਰ ਮਿਲ ਰਹੀ ਆ, ਮਤਲਬ ਅਗਰ ਕੋਈ ਮਿਲਣ ਲੱਗ ਗਈ ਆ ਤੇ ਉਹਨੂੰ ਨਜ਼ਰ ਵੀ ਆਉਣਾ ਚਾਹੀਦਾ। ਇਹ ਨਹੀਂ ਕਿ ਕਾਗਜ਼ੀ ਕਾਰਵਾਈਆਂ ਜਾਂ ਨੋਟੀਫਿਕੇਸ਼ਨਾਂ 'ਚ ਨਜ਼ਰ ਆਉਣਾ ਚਾਹੀਦਾ। ਲਿਹਾਜ਼ਾ ਇਹਨਾਂ ਚੀਜ਼ਾਂ ਨੂੰ ਚੈੱਕ ਐਂਡ ਬੈਲੈਂਸ ਕੀਤਾ ਜਾਵੇ ਔਰ ਆਵਾਮ ਤੱਕ ਜਿਹੜੀ ਕੀਮਤਾਂ ਦੇ ਮੁਤਾਬਕ ਜਿਹੜੀ ਨਾ ਚੀਜ਼ ਆ ਨਾ, ਉਹ ਸਰ ਜਿਹੜੀ ਸਰਕਾਰੀ ਰੇਟਸ ਹੈਗੇ ਆ ਉਹਨਾਂ ਦੇ ਮੁਤਾਬਕ ਆਵਾਮ ਤੱਕ ਚੀਜ਼ ਪਹੁੰਚ ਸਕੇ। ਲਿਹਾਜ਼ਾ ਮੇਰੀ ਤੁਹਾਡੇ ਅੱਗੇ ਰਿਕੁਐਸਟ ਆ ਕਿ ਇਸ ਚੀਜ਼ ਨੂੰ, ਇਸ ਜਿਹੜਾ ਮੈਂ ਮਸਲੇ ਤੇ ਅੱਜ ਗੱਲ ਕੀਤੀ ਹੈ, ਇਹਨੂੰ ਜ਼ਰਾ ਸੀਰੀਅਸ ਲਵੋ, ਇਹਨੂੰ ਜ਼ਰਾ ਗੌਰ ਨਾਲ ਸੁਣੋ। ਤੁਹਾਨੂੰ ਅੰਦਾਜ਼ਾ ਹੋਏਗਾ ਕਿ ਲੋਕ ਕਿੰਨੇ ਪਰੇਸ਼ਾਨ। ਉਹ ਨੋਟੀਫਿਕੇਸ਼ਨ ਮਤਲਬ ਕਈ ਲੋਕਾਂ ਨੂੰ ਵਿਚਾਰਿਆਂ ਨੂੰ ਨੋਟੀਫਿਕੇਸ਼ਨਾਂ ਦਾ ਵੀ ਨਹੀਂ ਪਤਾ, ਦੁਕਾਨਦਾਰ ਤੱਕ ਨੂੰ ਨਹੀਂ ਪਤਾ ਕਿ ਨੋਟੀਫਿਕੇਸ਼ਨ ਹੋਏ ਆ। ਉਹ ਕਹਿੰਦੇ ਜੀ ਸਾਡੀ ਮਰਜ਼ੀ ਹੈ। ਮੈਂ ਅੱਜ ਇੱਕ ਬੰਦੇ ਨਾਲ ਗੱਲ ਕੀਤੀ ਫਲ ਫਰੂਟ ਵਾਲੇ ਨਾਲ, ਉਹਦੇ ਵਜ਼ਨ ਵੀ ਘੱਟ ਆ ਤੇ ਕੰਡਾ ਵੀ ਘੱਟ ਆ। ਉਹ ਅੱਗੇ ਮੈਨੂੰ ਗੱਲ ਸੁਣਾਉਣ ਡਿਆ ਕਿ ਜਨਾਬ ਹਰ ਮਹੀਨੇ ਏਸੀ ਸਾਹਿਬ ਆਉਂਦੇ ਆ ਤੇ ਸਾਡੇ ਕੋਲ ਪੈਸੇ ਲੈ ਜਾਂਦੇ ਆ, ਤੇ ਉਸ ਬੇਵਕੂਫ ਡੰਗਰ ਨੂੰ ਇਹ ਨਹੀਂ ਪਤਾ ਕਿ ਪੈਸੇ ਲੈ ਨਹੀਂ ਜਾਂਦੇ, ਉਹ ਜੁਰਮਾਨਾ ਕਰਦੇ ਆ ਤੇ ਉਹ ਸਮਝਦਾ ਕਿ ਸਾਨੂੰ ਸਿਰਫ ਛੂਟ ਦੇ ਜਾਂਦੇ ਆ, ਜੁਰਮਾਨਾ ਕਰਕੇ ਸਾਨੂੰ ਛੂਟ ਦੇ ਦਿੰਦੇ ਆ ਕਿ ਜਨਾਬ ਤੁਸੀਂ ਜੋ 2 ਨੰਬਰੀ ਕਰਨੀ ਕਰੋ, ਰੱਜ ਕੇ ਕਰੋ, ਕੋਈ ਇਸ਼ੂ ਨਹੀਂ। ਅਸੀਂ ਤੁਸੀਂ ਦੱਸ ਲਓ ਕਿ ਸਾਡੇ ਇੱਕ ਤੇ ਇੱਕ ਇਹ ਵੀ ਮਿਆਰ ਹੈਗਾ ਵਾ ਸਾਡੇ ਮਾਸ਼ਰੇ ਦੇ ਵਿੱਚ ਕਿ ਜਿਹੜੇ ਦੁਕਾਨਦਾਰ ਹਜ਼ਰਾਤ ਉਹ ਵਿਚਾਰੇ ਪੜ੍ਹੇ ਲਿਖੇ ਤੇ ਇੰਨੇ ਕੀ ਹੁੰਦੇ ਆ, ਲੇਕਿਨ ਉਹਨੂੰ ਗੱਲ ਕਰਨ ਦਾ ਵੀ ਅੰਦਾਜ਼ਾ ਨਹੀਂ ਹੁੰਦਾ। ਉਹ ਸਾਰਾ ਬਰਡਨ ਕਿਤੇ ਪੈ ਰਿਹਾ ਲੋਕਲ ਗਵਰਨਮੈਂਟ ਤੇ ਜਾਂ ਪੰਜਾਬ ਗਵਰਨਮੈਂਟ ਤੇ। ਲਿਹਾਜ਼ਾ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਇਹਦੇ ਤੇ ਚੈੱਕ ਐਂਡ ਬੈਲੈਂਸ ਰੱਖੋ ਤਾਂ ਕਿ ਆਵਾਮ ਤੁਹਾਡੇ ਤੋਂ ਖੁਸ਼ ਹੋ ਸਕੇ, ਆਵਾਮ ਨੂੰ ਰਿਲੀਫ ਮਿਲ ਸਕੇ। ਤੇ ਮੇਰੀ ਅੱਜ ਦੀ ਗੱਲ ਸਿਰਫ ਇੱਥੇ ਤੱਕ ਹੀ ਸੀ ਔਰ ਮੈਂ ਸਮਝਦਾ ਕਿ ਇੰਨੇ ਛੋਟੇ ਜਿਹੇ ਦੁਰਾਨੀਏ ਦੇ ਵਿੱਚ ਤੁਹਾਨੂੰ ਮੇਰੀ ਗੱਲ ਸਮਝ ਆਈ ਹੋਊਗੀ। ਤੇ ਮੇਰੇ ਜਿਹੜੇ ਵੇਖਣ ਵਾਲੇ ਵੀਵਰਸ ਆ ਉਹ ਮੈਨੂੰ ਕਮੈਂਟ ਦੇ ਵਿੱਚ ਦੱਸਣਗੇ ਵੀ ਕਿ ਮੈਂ ਮਤਲਬ ਉਹਨਾਂ ਦੀ ਕਿੰਨੀ ਤਰਜਮਾਨੀ ਕੀਤੀ ਆ, ਆਵਾਮ ਦੀ ਕਿੰਨੀ ਤਰਜਮਾਨੀ ਕੀਤੀ ਆ, ਤੇ ਮੈਂ ਸਹੀ ਕਿਹਾ ਕਿ ਗਲਤ ਕਿਹਾ। ਕਿਉਂਕਿ ਮੇਰੀ ਇੱਕ ਮੈਂ ਜਿਹੜਾ ਇੱਕ ਕੰਮ ਕਰਨਾ ਚਾਹ ਰਿਹਾ, ਮੇਰੀ ਆਵਾਜ਼ ਜਿਹੜੀ ਹੈ ਨਾ ਜੀ ਉਹ ਹੈਗੀ ਆਵਾਮ ਦੀ, ਤੇ ਮੈਂ ਅਕਲ ਮਕਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਵਾਮ ਨੂੰ ਰਿਲੀਫ ਦਿੱਤਾ ਜਾਵੇ ਹਰ ਹਾਲ 'ਚ। ਉਹਨੂੰ ਬਿਜਲੀ ਦੇ ਬਿੱਲਾਂ 'ਚ ਦਿੱਤਾ ਜਾਵੇ, ਗੈਸ ਦੇ ਬਿੱਲਾਂ 'ਚ ਰਿਲੀਫ ਦਿੱਤਾ ਜਾਵੇ, ਤੇ ਮਤਲਬ ਜਿਹੜਾ ਘਰ ਦਾ ਰੋਜ਼ਮਰਾ ਰਾਸ਼ਨ ਦਾ ਖਰਚਾ ਵਾ ਉਹਦੇ 'ਚ ਰਿਲੀਫ ਦਿੱਤਾ ਜਾਵੇ। ਲਿਹਾਜ਼ਾ ਸਾਡੀ ਕੋਸ਼ਿਸ਼ ਜਾਰੀ ਰਹੇਗੀ ਤੇ ਕਿਤੇ ਨਾ ਕਿਤੇ ਉਹਦੇ ਮਾਮਲਾ ਠੀਕ ਹੋਣਗੇ। ਬਾਕੀ ਇਨਸ਼ਾਅੱਲਾ ਅੱਲਾ ਬਿਹਤਰ ਕਰੇ ਜੀ। ਦੁਆਵਾਂ 'ਚ ਕਮਰ ਅब्बास मांझी ਨੂੰ ਯਾਦ ਰੱਖਣਾ ਤੇ ਅਗਲੇ ਪ੍ਰੋਗਰਾਮ ਤੱਕ ਲਈ ਕਮਰ अब्बास मांझी ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।